Morning, dear students. Hope you are healthy and well. Students, today we start your grammar part and start your chapter ਭਾਸ਼ਾ ਜਾਂ ਬੋਲੀ। ਪਿਆਰੇ ਬੱਚਿਓ, ਤੁਸੀਂ ਆਪਣੇ ਮਨ ਦੇ ਭਾਵ ਮਾਤਾ ਪਿਤਾ, ਭੈਣ ਭਰਾ, ਹੋਰ ਰਿਸ਼ਤੇਦਾਰਾਂ ਜਾਂ ਮਿੱਤਰਾਂ ਨਾਲ ਬੋਲ ਕੇ ਸਾਂਝੇ ਕਰਦੇ ਹੋ, ਪਰ ਕਈ ਵਾਰ ਅਸੀਂ ਆਪਣੇ ਵਿਚਾਰ ਇੱਕ ਦੂਜੇ ਨੂੰ ਲਿਖ ਕੇ ਵੀ ਦੱਸਦੇ ਹਾਂ। ਜਿਵੇਂ ਤੁਸੀਂ ਆਪਣੇ ਮੁੱਖ ਅਧਿਆਪਕ ਨੂੰ ਬਿਨੇ ਪੱਤਰ ਲਿਖਦੇ ਹੋ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਚਿੱਠੀਆਂ ਪੱਤਰ ਪਾਉਂਦੇ ਹੋ। ਇਸ ਤਰ੍ਹਾਂ ਬਿਨੇ ਪੱਤਰ ਜਾਂ ਚਿੱਠੀਆਂ ਰਾਹੀਂ ਆਖੀ ਗਈ ਤੁਹਾਡੀ ਗੱਲ ਲੋਕ ਪੜ੍ਹ ਕੇ ਸਮਝ ਲੈਂਦੇ ਹਨ। ਇਸ ਤਸਵੀਰ ਵਿੱਚ ਦੋ ਔਰਤਾਂ ਆਪਸ ਵਿੱਚ ਗੱਲ ਕਰ ਰਹੀਆਂ ਹਨ। ਬੋਲ ਕੇ ਆਪਣੇ ਭਾਵ ਇੱਕ ਦੂਜੇ ਅੱਗੇ ਪ੍ਰਗਟ ਕਰ ਰਹੀਆਂ ਹਨ। ਇਸ ਵਿੱਚ ਇੱਕ ਬੱਚਾ ਲਿਖ ਰਿਹਾ ਹੈ, ਭਾਵ ਕਿ ਲਿਖ ਕੇ ਆਪਣੇ ਭਾਵ ਉਹ ਪ੍ਰਗਟ ਕਰ ਰਿਹਾ ਹੈ। ਜਿਸ ਸਾਧਨ ਦੁਆਰਾ ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਦਾ ਇੱਕ ਦੂਜੇ ਨਾਲ ਵਟਾਂਦਰਾ ਕਰਦਾ ਹੈ ਜਾਂ ਦੂਜਿਆਂ ਨਾਲ ਗੱਲਬਾਤ ਕਰਦਾ ਹੈ, ਉਸ ਨੂੰ ਬੋਲੀ ਕਹਿੰਦੇ ਹਨ। ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਬੋਲੀ, ਲਿਖਤੀ ਬੋਲੀ ਜਾਂ ਸਾਹਿਤਕ ਬੋਲੀ। ਬੋਲਚਾਲ ਦੀ ਬੋਲੀ ਜਿਸ ਬੋਲੀ ਰਾਹੀਂ ਆਪਸੀ ਗੱਲਬਾਤ ਕੀਤੀ ਜਾਂਦੀ ਹੈ, ਉਹ ਬੋਲਚਾਲ ਦੀ ਬੋਲੀ ਅਖਵਾਉਂਦੀ ਹੈ। ਇਹ ਬੋਲੀ ਬਹੁਤ ਸ਼ੁੱਧ ਨਹੀਂ ਹੁੰਦੀ। ਇਸ ਬੋਲੀ ਤੇ ਕਿਸੇ ਇਲਾਕੇ ਦੀ ਭਾਸ਼ਾ ਦਾ ਅਸਰ ਹੁੰਦਾ ਹੈ। ਇਸ ਨੂੰ ਮੌਖਿਕ ਬੋਲੀ ਵੀ ਕਹਿੰਦੇ ਹਨ। ਮੈਂ ਕੱਲ੍ਹ ਪ੍ਰਗਤੀ ਮੈਦਾਨ ਨਵੀਂ ਦਿੱਲੀ ਪੁਸਤਕ ਮੇਲਾ ਦੇਖਣ ਜਾ ਰਿਹਾ ਹਾਂ। ਮੈਂ ਵੀ ਕੱਲ੍ਹ ਤੇਰੇ ਨਾਲ ਚੱਲਣਾ ਚਾਹੁੰਦਾ ਹਾਂ। ਭਾਵ ਕਿ ਇਹ ਆਪਣੇ ਮਨ ਦੀ ਭਾਵ ਇੱਕ ਦੂਸਰੇ ਨੂੰ ਸਮਝਾ ਰਹੇ ਹਨ, ਪਰ ਇਹ ਵਿਆਕਰਨ ਰੂਪ ਵਿੱਚ ਸ਼ੁੱਧ ਬੋਲੀ ਨਹੀਂ ਹੈ। ਲਿਖਤੀ ਬੋਲੀ ਜਾਂ ਸਾਹਿਤਕ ਬੋਲੀ ਇਸ ਬੋਲੀ ਵਿੱਚ ਆਪਣੇ ਮਨ ਦੇ ਭਾਵ ਜਾਂ ਵਿਚਾਰਾਂ ਨੂੰ ਲਿਖ ਕੇ ਦੂਜਿਆਂ ਅੱਗੇ ਦੱਸਿਆ ਜਾਂਦਾ ਹੈ। ਇਹ ਬੋਲੀ ਵਿਆਕਰਣਿਕ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਇਹ ਬੋਲੀ ਸ਼ੁੱਧ ਹੁੰਦੀ ਹੈ। ਇਸ ਵਿੱਚ ਕਿਤਾਬਾਂ, ਰਸਾਲੇ, ਅਖਬਾਰਾਂ ਆਦਿ ਛਪਦੇ ਹਨ। ਇਸ ਨੂੰ ਸਾਹਿਤਕ ਜਾਂ ਟਕਸਾਲੀ ਬੋਲੀ ਵੀ ਆਖਦੇ ਹਨ। ਭਾਵ ਕਿ ਲਿਖਤੀ ਬੋਲੀ ਜਿਸ ਵਿੱਚ ਸਾਡੀਆਂ ਕਿਤਾਬਾਂ ਲਿਖੀਆਂ ਹੁੰਦੀਆਂ ਹਨ। ਇਸ਼ਾਰਿਆਂ ਦੁਆਰਾ ਸੰਚਾਰ। ਪਿਆਰੇ ਬੱਚਿਓ, ਬੋਲੀ ਦੁਆਰਾ ਬੋਲ ਕੇ ਜਾਂ ਲਿਖ ਕੇ ਆਪਣੇ ਭਾਵ ਪ੍ਰਗਟ ਕਰਨ ਵਾਂਗ ਹੀ ਹੋਰ ਸਾਧਨ ਵੀ ਹਨ, ਜਿਨ੍ਹਾਂ ਦੁਆਰਾ ਸਿਰਫ ਇਸ਼ਾਰਿਆਂ ਜਾਂ ਤਸਵੀਰਾਂ ਦੁਆਰਾ ਸੰਦੇਸ਼ ਦਿੱਤੇ ਜਾਂਦੇ ਹਨ। ਤੁਸੀਂ ਕਈ ਵਾਰੀ ਇਸ਼ਾਰਿਆਂ ਨਾਲ ਵੀ ਹੀ ਆਪਣੇ ਵਿਚਾਰ ਦੂਸਰਿਆਂ ਨੂੰ ਦੱਸ ਦਿੰਦੇ ਹੋ। ਜਿਵੇਂ ਸੜਕ ਦੇ ਚੌਂਕ 'ਤੇ ਲੱਗੀਆਂ ਲਾਈਟਾਂ ਜੋ ਤੁਹਾਨੂੰ ਤਿਆਰ ਹੋਣ, ਰੁਕਣ ਅਤੇ ਲੰਘ ਜਾਣ ਦਾ ਸੰਦੇਸ਼ ਦਿੰਦੀਆਂ ਹਨ। ਇਸੇ ਤਰ੍ਹਾਂ ਹੇਠਾਂ ਦਿੱਤੇ ਚਿੱਤਰ ਵੀ ਤੁਹਾਨੂੰ ਕੁਝ ਦੱਸ ਰਹੇ ਹਨ। ਜਿਸ ਤਰ੍ਹਾਂ ਇੱਥੇ ਯੂ ਟਰਨ ਦਾ ਨਿਸ਼ਾਨ ਹੈ, ਭਾਵ ਕਿ ਅੱਗੇ ਅਸੀਂ ਮੁੜਨਾ ਹੈ। ਇਸ ਵਿੱਚ ਇੱਕ ਸਾਧੂ ਮਹਾਤਮਾ ਨੇ ਹੱਥ ਅੱਗੇ ਕੀਤਾ ਹੋਇਆ ਹੈ, ਜਿਸ ਤੋਂ ਬੱਚੇ ਨੂੰ ਪਤਾ ਲੱਗਦਾ ਹੈ ਕਿ ਉਸਨੂੰ ਆਸ਼ੀਰਵਾਦ ਮਿਲ ਰਿਹਾ ਹੈ। ਇਸ ਨਿਸ਼ਾਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅੱਗੇ ਸਕੂਲ ਹੈ। ਭਾਵ ਕਿ ਇਹਨਾਂ ਨੇ ਕੁਝ ਬੋਲਿਆ ਨਹੀਂ ਜਾਂ ਸਾਨੂੰ ਲਿਖ ਕੇ ਨਹੀਂ ਦੱਸਿਆ, ਪਰ ਇਹਨਾਂ ਨੇ ਇੱਕ ਇਸ਼ਾਰਾ ਕੀਤਾ ਤੇ ਸਾਨੂੰ ਸਮਝ ਆ ਗਈ। ਮਾਂ ਬੋਲੀ। ਜਨਮ ਲੈਣ ਤੋਂ ਬਾਅਦ ਬੱਚਾ ਜਿਹੜੀ ਬੋਲੀ ਆਪਣੀ ਮਾਂ ਦੀ ਗੋਦੀ ਵਿੱਚ ਬੈਠ ਕੇ ਉਸ ਦੀਆਂ ਲੋਰੀਆਂ ਤੋਂ ਸਿੱਖਦਾ ਹੈ, ਉਸ ਬੋਲੀ ਨੂੰ ਮਾਂ ਬੋਲੀ ਦਾ ਜਾਂ ਮਾਤ ਭਾਸ਼ਾ ਵੀ ਕਹਿੰਦੇ ਹਨ। ਪੰਜਾਬੀ ਦੀ ਮਾਂ ਬੋਲੀ, ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ। ਰਾਸ਼ਟਰੀ ਭਾਸ਼ਾ ਜਿਹੜੀ ਭਾਸ਼ਾ ਸਮੁੱਚੇ ਦੇਸ਼ ਵਿੱਚ ਬੋਲੀ ਜਾਂਦੀ ਹੈ ਤੇ ਸਰਬ ਸਾਂਝੀ ਹੁੰਦੀ ਹੈ, ਉਸ ਨੂੰ ਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਇਹ ਭਾਸ਼ਾ ਕਿਸੇ ਦੇਸ਼ ਦੀ ਸਰਕਾਰੀ ਭਾਸ਼ਾ ਹੁੰਦੀ ਹੈ। ਦੇਸ਼ ਦਾ ਸਾਰਾ ਕੰਮਕਾਜ ਇਸੇ ਦੇ ਮਾਧਿਅਮ ਨਾਲ ਹੀ ਹੁੰਦਾ ਹੈ। ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਇਹ ਸਾਰੇ ਭਾਰਤ ਦੀ ਸਰਬ ਸਾਂਝੀ ਭਾਸ਼ਾ ਹੈ ਅਤੇ ਇਹ ਸਾਰੇ ਭਾਰਤ ਵਰਗ ਨੂੰ ਇੱਕ ਧਾਗੇ ਵਿੱਚ ਪਰੋਂਦੀ ਹੈ। ਅੰਤਰਰਾਸ਼ਟਰੀ ਭਾਸ਼ਾ ਇਹ ਭਾਸ਼ਾ ਜਿਸ ਨੂੰ ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਲੋਕ ਲਿਖ ਕੇ, ਬੋਲ ਕੇ ਸਮਝ ਸਕਦੇ ਹਨ,
ਉਹ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਅਖਵਾਉਂਦੀ ਹੈ। ਭਾਵ ਕਿ ਜਿਸ ਨੂੰ ਸਾਰੀ ਦੁਨੀਆ ਦੇ ਲੋਕ ਸਮਝ ਸਕਦੇ ਹਨ, ਲਿਖ ਸਕਦੇ ਹਨ, ਬੋਲ ਸਕਦੇ ਹਨ, ਉਸ ਨੂੰ ਅੰਤਰਰਾਸ਼ਟਰੀ ਭਾਸ਼ਾ ਆਖਦੇ ਹਨ। ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ। ਅੰਗਰੇਜ਼ੀ ਭਾਸ਼ਾ ਨਾਲ ਅਸੀਂ ਆਪਣਾ ਸੰਬੰਧ ਦੂਜੇ ਦੇਸ਼ਾਂ ਨਾਲ ਬਣਾਉਂਦੇ ਹਾਂ। ਪਸ਼ੂ ਪੰਛੀਆਂ ਦੀਆਂ ਆਵਾਜ਼ਾਂ। ਪਿਆਰੇ ਬੱਚਿਓ, ਕੇਵਲ ਮਨੁੱਖ ਦੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਦਾ, ਬਾਕੀ ਸਾਰੇ ਜੀਵ ਜੰਤੂ, ਪਸ਼ੂ ਪੰਛੀ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਹਨ। ਅਸੀਂ ਇਹਨਾਂ ਦੀਆਂ ਆਵਾਜ਼ਾਂ ਦੇ ਨਾਂ ਰੱਖੇ ਹੋਏ ਹਨ। ਜਿਵੇਂ ਕਾਂ 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 ਕਰਦਾ ਹੈ, ਉਸ ਦਾ ਨਾਮ ਕਾਂ ਪੈ ਗਿਆ, ਅਤੇ ਚਿੜੀ ਚੀਂ ਚੀਂ ਕਰਦੀ ਹੈ ਅਤੇ ਉਸ ਨੂੰ ਅਸੀਂ ਚਿੜੀ ਕਹਿੰਦੇ ਹਾਂ। ਇਸੇ ਤਰ੍ਹਾਂ ਹੋਰ ਅਨੇਕਾਂ ਪੰਛੀ ਹਨ ਜਿਨ੍ਹਾਂ ਦੇ ਨਾਮ ਉਹਨਾਂ ਦੀਆਂ ਆਵਾਜ਼ਾਂ ਦੇ ਆਧਾਰਿਤ ਹਨ। ਸੋ ਸਟੂਡੈਂਟਸ, ਅਸੀਂ ਅੱਜ ਤੁਹਾਡਾ ਚੈਪਟਰ ਬੋਲੀ ਜਾਂ ਭਾਸ਼ਾ ਪੜ੍ਹਿਆ। ਤੁਸੀਂ ਇਸ ਨੂੰ ਸਮਝਣਾ ਹੈ, ਪੜ੍ਹਨਾ ਹੈ ਅਤੇ ਇਸ ਦੇ ਵਿੱਚ ਜੋ ਕੁਐਸਚਨ ਆਨਸਰ ਹਨ ਉਹਨਾਂ ਨੂੰ ਸੋਲਵ ਕਰਨਾ ਹੈ। ਥੈਂਕ ਯੂ। ਹੈਵ ਅ ਨਾਈਸ ਡੇ।